ਸਤਿ ਸ਼੍ਰੀ ਅਕਾਲ ਜੀ। ਲੈਟਸ ਕੰਟੀਨਿਊ ਵਿਦ ਦ ਜੀਓਗ੍ਰਾਫੀ ਸੀਰੀਜ਼ ਜਿਹਦੇ ਵਿੱਚ ਆਪਾਂ 10 MCQ ਰਿਕਾਰਡ ਕਰ ਰਹੇ ਸੀਗੇ। ਆਪਾਂ 10 MCQs ਦੇ ਥਰੂ ਇੰਪੋਰਟੈਂਟ ਥੀਮੈਟਿਕ ਟੌਪਿਕਸ ਨੂੰ ਕਵਰ ਕਰ ਰਹੇ ਸੀਗੇ। ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਕਵਰ ਕਰਾਂਗੇ ਐਟਮੋਸਫੇਅਰ ਐਜ਼ ਅ ਟੌਪਿਕ ਨੂੰ, ਜਿਹਦੇ ਵਿੱਚ ਆਪਾਂ ਲੇਅਰਸ ਆਫ ਐਟਮੋਸਫੇਅਰ ਦੀ ਗੱਲ ਕਰਾਂਗੇ। ਡਿਫਰੈਂਟ ਲੇਅਰਸ ਕਿਹੜੀ-ਕਿਹੜੀਆਂ ਨੇ, ਫਿਰ ਉਹਨਾਂ ਦਾ ਟੈਂਪਰੇਚਰ ਕਿਵੇਂ ਵੇਰੀ ਕਰ ਰਿਹਾ, ਠੀਕ ਹੈ। ਫਿਰ ਇੰਪੋਰਟੈਂਟ ਫਿਨੋਮੇਨਾ ਜੋ ਐਟਮੋਸਫੇਅਰ ਦੇਖਣ ਨੂੰ ਮਿਲਦੇ, ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਆਪਾਂ ਅਰੋਰਾਸ ਦੀ ਗੱਲ ਕਰਾਂਗੇ, ਰੇਡੀਓ ਕਮਿਊਨੀਕੇਸ਼ਨ ਦੀ ਗੱਲ ਕਰਾਂਗੇ, ਰਾਈਟ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਐਗਜ਼ਾਮਪਲ ਦੇ ਵਿੱਚ ਕਵਰ ਕਰਦੇ ਹਾਂ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ। ਇਹ ਕੁਐਸਚਨ ਹੈਗਾ ਅਰਥ ਦੇ ਐਟਮੋਸਫੇਅਰ ਨਾਲ ਲਿੰਕਡ ਹੈ। ਇਹ ਆਪਾਂ ਪਹਿਲਾਂ ਵੀ ਕਵਰ ਕੀਤਾ ਸੀਗਾ, ਬਟ ਕੁਝ ਬੱਚਿਆਂ ਨੇ ਫਿਰ ਮੈਨੂੰ ਪੁੱਛਿਆ ਕਿ ਸਰ ਇਹ ਸਮਝ ਨਹੀਂ ਆਇਆ ਸੀ। ਸੋ ਹੁਣ ਆਪਾਂ ਇਹ ਸਮਝਦੇ ਹਾਂ ਕਿ ਅਰਥ ਦਾ ਜਿਹੜਾ ਐਟਮੋਸਫੇਅਰ ਹੈ 3 ਸਟੇਜਸ ਵਿੱਚ ਡਿਵੈਲਪ ਹੋਇਆ ਜੀ। ਪਹਿਲੀ ਸਟੇਜ ਸੀਗੀ ਜੋ ਉਹਦੀ ਇਨੀਸ਼ੀਅਲ ਸਟੇਜ ਸੀ, ਜਿਹਦੇ ਵਿੱਚ ਜੋ ਮੈਟਰ ਡੋਮੀਨੇਟ ਕਰ ਰਿਹਾ ਸੀਗਾ ਦੈਟ ਵਾਸ ਹਾਈਡਰੋਜਨ ਐਂਡ ਹੀਲੀਅਮ। ਹਾਈਡਰੋਜਨ ਤੇ ਹੀਲੀਅਮ ਤੁਹਾਡਾ ਪ੍ਰਾਇਮਰੀ ਮੈਟਰ ਹੈ, ਰਾਈਟ। ਉਸ ਤੋਂ ਬਾਅਦ ਹੈਵੀਅਰ ਐਲੀਮੈਂਟਸ ਬਣਦੇ ਜਾਂਦੇ। ਆਪਾਂ ਪਹਿਲੇ ਲੈਕਚਰ ਵਿੱਚ ਆਪਾਂ ਕਵਰ ਕੀਤਾ ਸੀਗਾ ਕਿ ਜਿਹੜਾ ਪਲੈਨੇਟਰੀ ਨੈਬਿਊਲਾ ਹੈ ਉਹ ਹਾਈਡਰੋਜਨ ਤੇ ਹੀਲੀਅਮ ਦਾ ਹੀ ਬਣਿਆ ਹੋਇਆ ਸੀਗਾ। ਉਸੇ ਤੋਂ ਅਰਥ ਦੀ ਫਾਰਮੇਸ਼ਨ ਹੋਈ। ਇਨਫੈਕਟ ਹਾਈਡਰੋਜਨ ਹੀ ਅੱਜ ਦੇ ਟਾਈਮ ਵਿੱਚ ਵੀ ਫਿਊਜ਼ਨ ਲਈ ਰਿਸਪੌਂਸਿਬਲ ਹੈ। ਸਨ ਦੀ ਕੋਰ ਵਿੱਚ ਹਾਈਡਰੋਜਨ ਇਜ਼ ਬੀਇੰਗ ਫਿਊਜ਼ਡ ਇਨਟੂ ਹੀਲੀਅਮ। ਬਟ ਜਦੋਂ ਆਪਾਂ ਪਹਿਲਾ ਲੈਕਚਰ ਕਵਰ ਕਰ ਰਹੇ ਸੀ ਤਾਂ ਮੈਂ ਸੁਪਰਨੋਵਾ ਐਕਸਪਲੋਜਨ ਬਾਰੇ ਦੱਸਿਆ ਸੀਗਾ। ਜਦੋਂ ਆਪਾਂ ਸੁਪਰਨੋਵਾ ਐਕਸਪਲੋਜਨ ਦੀ ਗੱਲ ਕੀਤੀ ਸੀ, ਆਪਾਂ ਕਿਹਾ ਸੀਗਾ ਕਿ ਉਰੇ ਨਾ ਹੈਵੀਅਰ ਐਲੀਮੈਂਟਸ ਬਣਦੇ ਜਾ ਰਹੇ ਤੇ ਸਡਨਲੀ ਉਹ ਬਲਾਸਟ ਆਫ ਹੋ ਜਾਂਦੇ, ਦੇ ਬਲਾਸਟ ਦੇ। ਤਾਂ ਹੈਵੀਅਰ ਐਲੀਮੈਂਟਸ ਤੁਹਾਡੇ ਜਿਹੜੇ ਹੈਗੇ ਐਟਮੋਸਫੇਅਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਆ ਜਾਂ ਇਨਫੈਕਟ ਯੂਨੀਵਰਸ ਦੇਖਣ ਨੂੰ ਮਿਲਦੇ, ਤਾਂ ਉਹਨਾਂ ਉਹ ਜਿਹੇ ਇਵੈਂਟਸ ਕਰਕੇ ਦੇਖਣ ਨੂੰ ਮਿਲਦੇ ਆ। ਲਾਰਜਲੀ ਅੱਜ ਵੀ ਜਿਹੜਾ ਯੂਨੀਵਰਸ ਹੈ ਹਾਈਡਰੋਜਨ ਤੇ ਹੀਲੀਅਮ ਦਾ ਹੀ ਬਣਿਆ ਹੋਇਆ। ਇਨਫੈਕਟ ਜਦੋਂ ਅਰਲੀ ਸਟੇਜਸ ਆਫ ਫਾਰਮੇਸ਼ਨ ਆਫ ਅਰਥ ਚੱਲ ਰਹੀ ਸੀਗੀ ਤਾਂ ਉਦੋਂ ਜਿਹੜਾ ਐਟਮੋਸਫੇਅਰ ਸੀਗਾ ਉਹ ਵੀ ਹਾਈਡਰੋਜਨ ਤੇ ਹੀਲੀਅਮ ਦਾ ਹੀ ਬਣਿਆ ਹੋਇਆ ਸੀਗਾ। Second statement says the primary atmosphere was mostly retained by Earth's gravity, leading to the composition we see today. ਇਹ ਕਹਿ ਰਹੇ ਕਿ ਜੋ ਹਾਈਡਰੋਜਨ ਹੀਲੀਅਮ ਦੀ ਜੋ ਕੰਪੋਜੀਸ਼ਨ ਸੀਗੀ ਉਹਨੂੰ ਰਿਟੇਨ ਕੀਤਾ ਹੋਇਆ ਸੀਗਾ, ਰਿਟੇਨ ਕਰਕੇ ਰੱਖਿਆ ਅਰਥ ਦੀ ਗ੍ਰੈਵਿਟੀ ਨੇ, ਤੇ ਅੱਜ ਵੀ ਆਪਾਂ ਉਹ ਦੇਖ ਪਾ ਰਹੇ ਹਾਂ। ਦ ਆਂਸਰ ਇਜ਼ ਕਲੀਅਰ ਨੋ। ਅੱਜ ਆਪਣੇ ਕੋਲ ਨਾਈਟ੍ਰੋਜਨ ਹੈ, ਵੀ ਹੈਵ ਆਕਸੀਜਨ, ਆਰਗਨ, ਕਾਰਬਨ ਡਾਈਆਕਸਾਈਡ, ਸੋ ਐਂਡ ਸੋ ਫੋਰਥ। ਹਾਈਡਰੋਜਨ ਹੀਲੀਅਮ ਤਾਂ ਬਹੁਤ ਘੱਟ ਰਹਿ ਚੁੱਕਿਆ। ਸੋ ਦਿਸ ਸਟੇਟਮੈਂਟ ਇਜ਼ ਇਨਕਰੈਕਟ। The secondary atmosphere developed mainly through volcanic degassing, ਜਿਹਨੂੰ ਡੀਗੈਸਿੰਗ ਇਵੈਂਟ ਦੇ ਤੌਰ ਤੇ ਆਪਾਂ ਕਵਰ ਕਰਦੇ ਕਿ as earth was cooling down, ਜਿਹੜੇ ਇੰਟੀਰੀਅਰ ਤੋਂ ਗੈਸਿਸ ਸੀਗੀਆਂ ਉਹ ਬਾਹਰ ਜਾ ਰਹੀ ਸੀਗੀਆਂ, they were escaping। ਤਾਂ ਉਹ ਜਿਹੜਾ ਇਵੈਂਟ ਸੀਗਾ, ਉਹ ਜੇ ਇਵੈਂਟ ਚੱਲਦਾ ਰਿਹਾ, ਇਨਫੈਕਟ ਇਟ ਹੈਪਨਡ ਓਵਰ ਮਿਲੀਅਨਸ ਆਫ ਈਅਰਸ, ਉਹਨੂੰ ਆਪਾਂ ਕਹਿੰਦੇ ਆ ਡੀਗੈਸਿੰਗ ਇਵੈਂਟ ਥਰੂ ਵੋਲਕੈਨੋਸ। ਤਾਂ ਇਹਦੇ ਨਾਲ ਕੀ ਹੋਇਆ ਸੀਗਾ, ਜਿਹੜੇ ਇੰਪੋਰਟੈਂਟ ਗੈਸਿਸ ਐਗਜ਼ਾਮਪਲ ਵਾਟਰ ਵੇਪਰ ਹੋ ਗਿਆ, ਕਾਰਬਨ ਡਾਈਆਕਸਾਈਡ ਹੋ ਗਿਆ, ਨਾਈਟ੍ਰੋਜਨ, ਅਮੋਨੀਆ, ਸਾਰੀ ਚੀਜ਼ਾਂ ਬਾਹਰ ਜਾ ਰਹੀ ਸੀ। ਦੈਨ ਵੀ ਹੈਵ the significant buildup of free oxygen। ਅੱਜ ਦੇ ਟਾਈਮ ਤੇ we see ਕਿ nearly 21% ਦੇ ਆਸ-ਪਾਸ ਆਪਾਂ ਨੂੰ free oxygen ਦਿਖਦੀ ਹੈ ਐਟਮੋਸਫੇਅਰ ਦੇ ਵਿੱਚ। ਉਹ ਕਿਵੇਂ ਆਈ? ਉਹ ਆਈ ਬਿਕੋਜ਼ ਆਫ ਫੋਟੋਸਿੰਥੇਸਿਸ। ਜਦ ਫੋਟੋਸਿੰਥੇਸਿਸ ਡਿਵੈਲਪ ਹੋਇਆ ਤਾਂ ਜਾ ਕੇ ਆਕਸੀਜਨ ਆਈ ਆਪਣੇ ਕੋਲ, ਰਾਈਟ। ਸੋ ਉਹਦੇ ਵਿੱਚ ਵੀ ਆਪਾਂ ਕਵਰ ਕੀਤਾ ਸੀਗਾ ਕਿ ਗ੍ਰੇਟ ਆਕਸੀਜਨੇਸ਼ਨ ਇਵੈਂਟ ਹੋਇਆ ਸੀ। ਪਹਿਲਾਂ ਮਰੀਨ ਲਾਈਫ ਦੇ ਵਿੱਚ ਜਾਂ ਮਰੀਨ ਇਕੋਸਿਸਟਮ ਦੇ ਵਿੱਚ ਲਾਈਫ ਡਿਵੈਲਪ ਹੋਈ, ਹੌਲੀ ਉਹ ਫੋਟੋਸਿੰਥੈਟਿਕਲੀ ਐਕਟਿਵ ਹੋਣਾ ਸ਼ੁਰੂ ਹੋਈ। ਜਦੋਂ ਲਾਈਫ ਫੋਟੋਸਿੰਥੈਟਿਕਲੀ ਐਕਟਿਵ ਹੋ ਗਈ, ਇਵੋਲਵ ਹੋ ਗਈ, ਤਾਂ ਉਹਨੇ ਕੀ ਕਰਨਾ ਸ਼ੁਰੂ ਕੀਤਾ, ਅਗੇਨ ਆਕਸੀਜਨ ਨੂੰ ਜਨਰੇਟ ਕਰਨਾ ਸ਼ੁਰੂ ਕੀਤਾ। ਅਰਲੀਅਰ ਕੀ ਹੋਇਆ, ਪਹਿਲਾਂ ਹੋਇਆ ਜਿਹੜਾ ਸੈਚੂਰੇਸ਼ਨ ਹੋਣਾ ਸੀਗਾ ਉਹ ਪਾਣੀ ਦੇ ਵਿੱਚ ਹੋਣਾ ਸੀਗਾ। ਸੀ ਦੇ ਕੇਸ ਵਿੱਚ ਸੈਚੂਰੇਟ ਹੋਇਆ, ਓਸ਼ਨਸ ਦੇ ਕੇਸ ਸੈਚੂਰੇਸ਼ਨ ਹੋਈ, ਫਿਰ ਫ੍ਰੀ ਆਕਸੀਜਨ ਐਟਮੋਸਫੇਅਰ ਦੇ ਵਿੱਚ ਐਸਕੇਪ ਕਰਨਾ ਸ਼ੁਰੂ ਕੀਤਾ। So this statement is correct. How many of the statements are correct? The answer is 3 only. Now let's move on to the next question. Consider the following statements regarding the layers of Earth's atmosphere. Earth's atmosphere ਦੀ layer ਦੀ ਗੱਲ ਹੋ ਰਹੀ ਹੈ ਜੀ ਉਰੇ। ਤਾਂ ਬਿਫੋਰ ਆਨਸਰਿੰਗ ਦਿਸ ਕੁਐਸਚਨ ਆਪਾਂ ਇੱਕ ਵਾਰੀ ਕਨਸੈਪਟ ਨੂੰ ਸਮਝ ਲੈਂਦੇ ਹਾਂ, ਫਿਰ ਅੱਗੇ ਜਿੰਨੇ ਵੀ ਆਪਾਂ ਕੁਐਸਚਨਸ ਕਰਾਂਗੇ ਬੜੇ ਈਜ਼ੀ ਹੋ ਜਾਣਗੇ ਆਪਣੇ ਲਈ। ਚਲਿਏ ਹੁਣ ਆਪਾਂ ਉਰੇ ਲੇਅਰਸ ਆਫ ਐਟਮੋਸਫੇਅਰ ਦੀ ਗੱਲ ਕਰ ਰਹੇ ਹਾਂ। ਲੋਅਰ ਮੋਸਟ ਲੇਅਰ ਜਿਹੜੀ ਆਪਣੇ ਕੋਲ ਹੈਗੀ ਹੈ ਉਹ ਹੈਗੀ ਹੈ ਟ੍ਰੋਪੋਸਫੀਅਰ। ਕੁਝ ਇਸ ਤਰੀਕੇ ਨਾਲ ਬਣਾਤੀ ਮੈਂ। ਆਹ ਜਿਹੜਾ ਪੁਆਇੰਟ ਹੈਗਾ ਇਹ ਹੈਗਾ 0 ਡਿਗਰੀ ਇਕੁਏਟਰ ਦਾ, ਐਂਡ ਦਿਸ ਇਜ਼
लेट्स से 90 डिग्री नॉर्थ, इस साइड हो गया 90 डिग्री साउथ। ट्रोपोस्फेयर ਜਿਹੜੀ ਹੈਗੀ ਹੈ ਲੋਅਰ ਮੋਸਟ ਲੇਅਰ ਹੈ ਜੀ। ਔਨ ਐਨ ਐਵਰੇਜ ਇਹਦੀ ਹਾਈਟ ਕਿੰਨੀ ਹੈ? ਇਹਦੀ ਹਾਈਟ ਹੈਗੀ ਹੈ ਔਨ ਐਨ ਐਵਰੇਜ ਆਮ ਸਪੀਕਿੰਗ 13 ਕਿਲੋਮੀਟਰ। ਕਿਤੇ 12 ਕਿਲੋਮੀਟਰ ਲਿਖਿਆ ਹੋਊਗਾ ਬਟ ਤੁਸੀਂ ਉਹਨਾਂ ਕਨਫਿਊਜ਼ ਨਹੀਂ ਹੋਣਾ ਉਹਦੇ ਨਾਲ, ਰਾਈਟ। ਇਕੁਏਟਰ ਤੇ ਇਹਦੀ ਹਾਈਟ ਕਿੰਨੀ ਹੈ? ਨੀਅਰਲੀ 18 ਕਿਲੋਮੀਟਰਸ। ਐਂਡ ਪੋਲਸ ਤੇ ਦੀ ਹਾਈਟ ਕਿੰਨੀ ਹੈ? ਨੀਅਰਲੀ 8 to 10 ਕਿਲੋਮੀਟਰਸ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਆਪਾਂ ਲੋਅਰ ਮੋਸਟ ਐਟਮੋਸਫੇਅਰ ਦੀ ਗੱਲ ਕਰ ਰਹੇ ਹਾਂ ਤਾਂ ਉਹਦੀ ਜਿਹੜੀ ਹਾਈਟ ਹੈ ਇਕੁਏਟਰ ਤੇ ਜ਼ਿਆਦਾ ਹੈ, ਤੇ ਜਦੋਂ ਆਪਾਂ ਜਾ ਰਹੇ ਹਾਂ ਟੁਵਰਡਸ ਪੋਲਸ ਘਟਦੀ ਜਾ ਰਹੀ ਹੈ, ਰਾਈਟ। ਇਹ ਵੀ ਆਪਾਂ ਕੁਐਸਚਨ ਜਦੋਂ ਕਵਰ ਕਰਾਂਗੇ ਉਹਦੇ ਵਿੱਚ ਵੀ ਕਵਰ ਕਰਾਂਗੇ ਆਪਾਂ ਕਿ ਕਿਉਂ, ਇਹਦਾ ਕਾਰਨ ਕੀ ਹੈ। ਨੈਕਸਟ ਲੇਅਰ ਆਪਣੀ ਆਉਂਦੀ ਹੈ ਇਸ ਤੋਂ ਬਾਅਦ, ਟ੍ਰੋਪੋਸਫੇਅਰ ਤੋਂ ਬਾਅਦ ਆਉਂਦੀ ਹੈ ਜੀ ਸਟ੍ਰੈਟੋਸਫੇਅਰ। ਇਹ ਐਕਟਿਵ ਹੁੰਦੀ ਹੈ ਅਪ ਟੂ ਔਨ ਐਨ ਐਵਰੇਜ 50 kilometers, 50 kilometers from the surface of Earth, this point. And then over and above that layer we have mesosphere. This layer is mesosphere. ਇਹ ਹੁੰਦੀ ਹੈ ਅਪਰੋਕਸੀਮੇਟਲੀ ਕਿਤੇ 80 ਕਿਲੋਮੀਟਰ ਲਿਖਿਆ ਹੋਊਗਾ, ਕਿਤੇ 100 ਕਿਲੋਮੀਟਰ ਲਿਖਿਆ ਹੋਊਗਾ, ਅਪਰੋਕਸੀਮੇਟ ਆਈਡੀਆ ਰੱਖੋ। ਉਸ ਤੋਂ ਬਾਅਦ ਵੀ ਹੈਵ ਥਰਮੋਸਫੀਅਰ, ਜਿਹਨੂੰ ਆਇਨੋਸਫੀਅਰ ਵੀ ਆਪਾਂ ਕਹਿ ਦਿੰਦੇ ਹਾਂ। ਅਪਰੋਕਸੀਮੇਟਲੀ ਕਿੱਥੇ ਤੱਕ ਜਾਂਦੀ ਹੈ? 700 ਕਿਲੋਮੀਟਰਸ। 800 ਵੀ ਲਿਖਿਆ ਹੋਊਗਾ, ਕਿਤੇ 600 ਵੀ ਲਿਖਿਆ ਹੋਊਗਾ, ਉਹਦੀ ਡਿਟੇਲ ਵਿੱਚ ਆਪਾਂ ਨਹੀਂ ਜਾਣਾ। ਉਸ ਤੋਂ ਬਾਹਰ ਕੀ ਹੋਊਗਾ? ਉਸ ਤੋਂ ਬਾਹਰ ਹੁੰਦਾ ਦੈਨ ਐਗਜ਼ੋਸਫੀਅਰ। ਥਾਊਜ਼ੈਂਡਸ ਆਫ ਕਿਲੋਮੀਟਰਸ ਐਕਸਟੈਂਡ ਹੋ ਜਾਂਦਾ, ਤਾਂ ਐਂ ਲੱਗਦਾ ਕਿ ਇਵੈਂਚੁਅਲੀ ਐਗਜ਼ੋਸਫੀਅਰ ਨਾ ਆਊਟਰ ਸਪੇਸ ਦੇ ਵਿੱਚ ਹੀ ਮੀਟ ਕਰ ਜਾਂਦਾ। ਕਲੀਅਰ? ਸੋ ਇੱਕ ਰਫ ਇੱਕ ਸਕੈਚ ਬਣਾਤਾ ਆਪਾਂ ਐਟਮੋਸਫੇਅਰ ਦਾ, ਰਾਈਟ। ਸੋ ਲੈਟਸ ਫੋਕਸ ਔਨ ਆवर क्वेश्चन नाउ। Troposphere is the lowermost layer extending up to about 10 to 15 kilometer on average, where most weather phenomena occur and temperature decreases with increasing altitude. हाँ जी, temperature जिन्ना ਆਪਾਂ ਉੱਤੇ ਜਾਈ ਜਾ ਰਹੇ ਹਾਂ with height with altitude ਘਟਦਾ ਜਾ ਰਿਹਾ। ਕਿਉਂ? ਕਿਉਂਕਿ ਟੈਂਪਰੇਚਰ ਜਿਹੜਾ ਹੈਗਾ ਅਰਥ ਦੇ ਕੇਸ ਵਿੱਚ ਉਹ ਕਿਵੇਂ ਆ ਰਿਹਾ? ਉਹ ਹੋ ਰਿਹਾ ਹੈ ਬਿਕੋਜ਼ ਆਫ ਇਨਕਮਿੰਗ ਸੋਲਰ ਰੇਡੀਏਸ਼ਨ। ਉਹਦੇ ਵਿੱਚ ਕੀ ਹੈ ਕਿ ਇਨਕਮਿੰਗ ਸੋਲਰ ਰੇਡੀਏਸ਼ਨ ਪਹਿਲਾਂ ਸਰਫੇਸ ਨੂੰ ਹਿੱਟ ਕਰ ਰਹੀ ਹੈ, ਸਰਫੇਸ ਨੂੰ ਹਿੱਟ ਕਰ ਰਹੀ ਹੈ, ਉਸ ਤੋਂ ਬਾਅਦ ਵਿੱਚ ਉਹ ਹੀਟ ਕਰਨਾ ਸ਼ੁਰੂ ਕਰ ਰਹੀ ਹੈ। ਯਾਨੀ ਕਿ ਸਭ ਤੋਂ ਪਹਿਲਾਂ ਸਭ ਤੋਂ ਥੱਲੇ ਵਾਲੀ ਲੇਅਰ ਹੀਟ ਹੋਊਗੀ, ਉਸ ਤੋਂ ਉੱਤੇ, ਉਸ ਤੋਂ ਉੱਤੇ, ਉਸ ਤੋਂ ਉੱਤੇ, ਉਸ ਤੋਂ ਉੱਤੇ, ਉਸ ਤੋਂ ਉੱਤੇ। ਸੋ ਜਿੰਨਾ ਆਪਾਂ ਹਾਈਟ ਨਾਲ ਉੱਤੇ ਜਾਈ ਜਾਵਾਂਗੇ ਉਹਨਾਂ ਟੈਂਪਰੇਚਰ ਘਟਦਾ ਜਾਣਾ ਹੈ ਜੀ, ਰਾਈਟ। most of the weather phenomena like let's say cloud formation, winds ਹੋ ਗਿਆ, jet stream ਹੋ ਗਿਆ, ਉਹ ਕਿੱਥੇ ਹੈ? ਉਹ ਟ੍ਰੋਪੋਸਫੇਅਰ ਦੇ ਵਿੱਚ ਹੀ ਹੈ ਜੀ। ਜ਼ਿਆਦਾਤਰ ਜਿਹੜਾ ਤੁਹਾਡਾ ਮੈਟਰ ਹੈਗਾ ਐਟਮੋਸਫੇਅਰ ਦੇ ਵਿੱਚ, ਗੈਸਿਸ ਦੀ ਗੱਲ ਕਰਾਂ, ਵਾਟਰ ਵੇਪਰ ਦੀ ਗੱਲ, ਅਗੇਨ ਵਾਟਰ ਵੇਪਰ ਇਜ਼ ਅ ਗੈਸ, ਡਸਟ ਪਾਰਟੀਕਲਸ ਦੀ ਗੱਲ ਕਰੀਏ, ਇਹ ਸਾਰਾ ਟ੍ਰੋਪੋਸਫੇਅਰ ਦੇ ਵਿੱਚ ਹੀ ਸੀਮਿਤ ਰਹਿੰਦਾ ਹੈ। ਸੋ ਦਿਸ ਸਟੇਟਮੈਂਟ ਇਜ਼ ਕਰੈਕਟ। ਸੈਕੰਡ ਸਟੇਟਮੈਂਟ, the stratosphere lies above troposphere and contains ozone layer. The answer is yes. स्ट्रेटोस्फेयर ਦੇ ਵਿੱਚ ਕੀ ਹੈ ਜੀ? ਓਜ਼ੋਨ ਲੇਅਰ ਹੈ। ਓਜ਼ੋਨ ਲੇਅਰ ਕੀ ਕਰਦੀ ਹੈ? ਓਜ਼ੋਨ ਲੇਅਰ ਨਾਲ ਧਿਆਨ ਨਾਲ ਸੁਣੋ, ਇਨਕਮਿੰਗ ਸੋਲਰ ਰੇਡੀਏਸ਼ਨ, ਯਾਨੀ ਕਿ ਸਿੱਧੀ ਜਿਹੜੀ ਇਨਕਮਿੰਗ ਸੋਲਰ ਸਨ ਤੋਂ ਜਿਹੜੀ ਰੇਡੀਏਸ਼ਨ ਆ ਰਹੀ ਹੈ ਉਹਨੂੰ ਕੀ ਕਰਦੀ ਹੈ? ਅਬਜ਼ੌਰਬ ਕਰਦੀ ਹੈ, ਉਹਨੂੰ ਅਬਜ਼ੌਰਬ ਕਰ ਲੈਂਦੀ ਹੈ। ਉਰੇ ਕੋਈ ਰਿਫਲੈਕਟ ਨਹੀਂ ਹੋ ਰਿਹਾ, ਕੁਝ ਨਹੀਂ, ਉਹਨੂੰ ਅਬਜ਼ੌਰਬ ਕਰ ਰਹੀ ਹੈ। ਜੇ ਅਬਜ਼ੌਰਬ ਕਰ ਰਹੀ ਹੈ ਕੋਈ ਚੀਜ਼ ਤਾਂ ਉਹਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਣਾ, ਟੈਂਪਰੇਚਰ ਵਧਣਾ ਸ਼ੁਰੂ ਹੋ ਜਾਣਾ। ਤਾਂ ਸਟ੍ਰੈਟੋਸਫੇਅਰ ਦੇ ਵਿੱਚ ਬਿਕੋਜ਼ ਆਫ ਪ੍ਰੈਜ਼ੈਂਸ ਆਫ ਓਜ਼ੋਨ ਸਟ੍ਰੈਟੋਸਫੇਅਰ ਦਾ ਜਿਹੜਾ ਟੈਂਪਰੇਚਰ ਹੈ ਵਧਣਾ ਸ਼ੁਰੂ ਹੋ ਜਾਂਦਾ। with temperature generally decreasing, ਇਹ ਕਹਿ ਰਿਹਾ decrease ਕਰ ਰਿਹਾ, so this statement is incorrect. This is incorrect and this is correct. Now the mesosphere is a layer where meteors typically burn up and it is characterized by temperatures dropping to as low as -100 degree at its upper boundary. ਥਰਡ ਲੇਅਰ ਦੀ ਗੱਲ ਕੀਤੀ ਸੀ ਆਪਾਂ, mesosphere ਦੀ ਗੱਲ ਕੀਤੀ ਸੀ, ਰਾਈਟ। ਸੋ ਨਾਰਮਲੀ ਆਪਾਂ ਗੱਲ ਕਰਦੇ ਹਾਂ ਕਿ ਵਿਦ ਇਨਕਰੀਜ਼ ਇਨ ਹਾਈਟ ਟੈਂਪਰੇਚਰ ਸਟਾਰਟਸ ਟੂ ਡ੍ਰੌਪ, ਉਹਨੂੰ ਆਪਾਂ ਨਾਰਮਲ ਕਹਿੰਦੇ ਹਾਂ ਐਡੀਆਬੈਟਿਕ ਲੈਪਸ ਰੇਟ ਜਾਂ ਨਾਰਮਲ ਲੈਪਸ ਰੇਟ। ਉਹਦੇ ਨਾਲ ਟੈਂਪਰੇਚਰ ਵਿਦ ਇੰਕਰੀਜ਼ਿੰਗ ਹਾਈਟ ਘਟਦਾ ਹੀ ਜਾਂਦਾ, ਘਟਦਾ ਜਾਂਦਾ ਹੈ, ਰਾਈਟ। ਨੀਅਰਲੀ 1 degree drop you will experience for every 165 meter increase in height. ਤਾਂ ਸਟ੍ਰੈਟੋਸਫੇਅਰ ਦੇ ਵਿੱਚ ਅਬਨੋਰਮੈਲਿਟੀ ਜਾਂ ਟੈਂਪਰੇਚਰ ਇਨਵਰਜਨ ਇਸ ਲਈ ਹੋ ਰਿਹਾ ਕਿਉਂਕਿ ਉੱਥੇ ਓਜ਼ੋਨ ਲੇਅਰ ਮੌਜੂਦ ਹੈ। ਬਟ ਜਿਵੇਂ ਆਪਾਂ ਸਟ੍ਰੈਟੋਸਫੇਅਰ ਨੂੰ ਕ੍ਰਾਸ ਕਰਦੇ ਹਾਂ, ਵੀ ਐਂਟਰ ਮੀਜ਼ੋਸਫੇਅਰ ਪਾਰਟ, ਉੱਥੇ ਦੁਬਾਰਾ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਟ ਕੈਨ ਫਾਲ ਐਜ਼ ਲੋ ਐਜ਼ -100 degree।
ਤੇ ਮਿਜ਼ੋਸਫੇਅਰ ਦੇ ਵਿੱਚ ਕੀ ਹੁੰਦਾ, ਜਿਹੜੇ ਇਨਕਮਿੰਗ ਮੈਟਿਓਰ ਹੈ, ਮੈਟਿਓਰਸ ਜਿਹੜੇ ਆ ਰਹੇ ਆ ਤੁਹਾਡੇ ਅਰਥ ਦੇ ਐਟਮੋਸਫੇਅਰ ਦੇ ਵਿੱਚ ਐਂਟਰ ਕਰ ਰਹੇ ਆ, ਫॉर द फर्स्ट टाइम they are encountering some kind of friction. For the first time they are encountering some kind of friction. मतलब कोई पार्टिकल्स हैं, सिग्निफिकेंट पार्टिकल्स हैं ਜਿਹੜੇ ਉਹਨਾਂ ਦੇ ਰਾਹ ਵਿੱਚ ਆ ਰਹੇ ਹਨ। meteors are coming again under great speed with great force and for the first time they encounter certain particles, gas particles ਹੀ ਉਹਨਾਂ ਨਾਲ ਉਹਨਾਂ ਦੀ collision ਹੋਣਾ ਸ਼ੁਰੂ ਹੁੰਦੀ ਹੈ, friction ਹੁੰਦੀ ਹੈ and they start to burn up. So meteors are burned up in mesosphere. The thermosphere experiences very high temperature, often exceeding thousands of degrees. The answer is yes. Thermosphere again, ਜਦੋਂ ਆਪਾਂ ਉੱਤੇ ਜਾਣਾ ਸ਼ੁਰੂ ਕਰਤਾ, ਉੱਥੇ ਕਿਉਂ ਵੱਧ ਰਿਹਾ ਟੈਂਪਰੇਚਰ? ਦੀ ਆਨਸਰ ਇਜ਼ ਕਿ ਯਾਰ ਉਹ ਨਾ ਸਨ ਦੇ ਕਲੋਜ਼ ਆ ਚੁੱਕਿਆ ਐਜ਼ ਕੰਪੇਅਰ ਟੂ ਦ ਅਦਰ ਲੇਅਰਸ ਆਫ ਦ ਐਟਮੋਸਫੇਅਰ, ਟ੍ਰੋਪੋਸਫੇਅਰ, ਸਟ੍ਰੈਟੋਸਫੇਅਰ, ਮੈਸੋਸਫੇਅਰ। Thermosphere happens to be the closest on that part. Of course exosphere ਵੀ ਹੈਗਾ, exosphere ਦੇ ਵਿੱਚ further increase ਹੋ ਜਾਂਦਾ ਟੈਂਪਰੇਚਰ। ਉਰੇ ਕੀ ਹੋ ਰਿਹਾ, ਉਰੇ ਜਿਹੜੇ ਤੁਹਾਡੇ ਪਾਰਟੀਕਲਸ ਨੇ, ਜੋ ਛੋਟੇ ਛੋਟੇ ਐਲੀਮੈਂਟਸ ਨੇ, ਇਲੈਕਟ੍ਰੋਨਸ ਨੇ, ਉਹ ਆਇਨਾਈਜ਼ ਸਟੇਟ ਦੇ ਵਿੱਚ ਆਇਨਾਈਜ਼ ਹੋ ਚੁੱਕੇ ਹਨ ਜੀ। ਕਿਉਂ? ਕਿਉਂਕਿ ਸਨ ਦੀ ਜਿਹੜੀ એનર્ਜੀ ਹੈ ਸਭ ਤੋਂ ਪਹਿਲਾਂ ਉਹਨਾਂ ਤੇ ਆ ਰਹੀ ਹੈ, ਤਾਂ ਦੇ ਆਰ ਹਾਈਲੀ ਆਇਨਾਈਜ਼ ਇਨ ਦਿਸ ਕੇਸ। ਸੋ ਟੈਂਪਰੇਚਰ ਇਸ ਲਈ ਵੱਧ ਚੁੱਕਿਆ। ਹਾਲਾਂਕਿ ਤੁਹਾਨੂੰ ਟੈਂਪਰੇਚਰ ਉੱਤੇ ਫੀਲ ਨਹੀਂ ਹੋਊਗਾ ਕਿਉਂਕਿ ਐਟਮੋਸਫੇਅਰ ਬਹੁਤ ਥਿਨ ਹੈ ਉੱਤੇ। ਮੈਨੂੰ ਟੈਂਪਰੇਚਰ ਉਦੋਂ ਫੀਲ ਹੁੰਦਾ ਜਦੋਂ ਮੇਰੀ ਬੋਡੀ ਦੇ ਅਰਾਊਂਡ ਲੈਟਸ ਸੇ ਕੁਝ ਪਾਰਟੀਕਲਸ ਨੇ, ਦੇ ਆਰ ਹਿਟਿੰਗ ਦੈਟ, ਦੇ ਆਰ ਹਿਟਿੰਗ ਮਾਈ ਬੋਡੀ, ਰਾਈਟ। ਕੋਈ ਗੈਸ ਪਾਰਟੀਕਲ ਹੈ, ਉਹਦੀ ਕੋਈ એનર્ਜੀ ਹੈ, ਉਹ ਮੇਰੀ ਬੋਡੀ ਨੂੰ ਟ੍ਰਾਂਸਫਰ ਕਰ ਰਿਹਾ, ਦੈਨ ਆਈ ਵਿਲ ਫੀਲ ਦ ਟੈਂਪਰੇਚਰ ਪਾਰਟ। ਬਟ ਇਨ ਦ ਕੇਸ ਆਫ ਥਰਮੋਸਫੇਅਰ, ਦੋ ਟੈਂਪਰੇਚਰ ਇਜ਼ ਹਾਈ बट you will not experience, you will not feel as such कि टेम्परेचर बहुत हाई हो चुका है। बट जे तुसी मेरे तो पूछोगे कि टेम्परेचर हाई है, यस, फीलिंग पार्ट एब्सेंट होगा, टेम्परेचर हाई होगा। टेम्परेचर हाई इसलिए क्योंकि जिन्ने भी उत्ते इलैक्ट्रॉन्स ने, छोटे छोटे एटम्स ने, वो हुण आयनाइज स्टेट दे विच आ चुके हैं क्योंकि इनकमिंग सोलर रेडिएशन डायरेक्टली उन्होंने आयनाइज कर चुकी है। दिस स्टेटमेंट इज करेक्ट। सो हाउ मेनी ऑफ द अबव स्टेटमेंट्स आर इनकरेक्ट पूछा गया जी। आई बिलीव ओनली one is incorrect. केडी सीगी? Rest all the three are correct. Next, consider the following statements. In stratosphere, temperature increases with increasing altitude, creating temperature inversion. हाँ जी, ਹੁਣੇ ਆਪਾਂ ਚਰਚਾ ਕੀਤੀ ਹੈ ਕਿ ਸਟ੍ਰੈਟੋਸਫੇਅਰ ਦੇ ਵਿੱਚ ਕੀ ਹੁੰਦਾ ਜੀ, ਓਜ਼ੋਨ ਲੇਅਰ ਮੌਜੂਦ ਹੁੰਦੀ ਹੈ। ਓਜ਼ੋਨ ਦਾ ਕੰਮ ਕੀ ਹੈ? ਓਜ਼ੋਨ ਕੀ ਕਰੂਗੀ? ਇਨਕਮਿੰਗ ਸੋਲਰ ਰੇਡੀਏਸ਼ਨ ਨੂੰ ਅਬਜ਼ੌਰਬ ਕਰਨ ਵਾਲੀ ਹੈ। ਜੇ ਅਬਜ਼ੌਰਬ ਕਰੂਗੀ ਤਾਂ ਟੈਂਪਰੇਚਰ ਵੱਧ ਜਾਊਗਾ। ਕਾਇਦੇ ਮੁਤਾਬਕ ਕੀ ਹੋਣਾ ਚਾਹੀਦਾ ਸੀਗਾ ਕਿ ਵਿਦ ਇੰਕਰੀਜ਼ ਇਨ ਹਾਈਟ ਟੈਂਪਰੇਚਰ ਤੁਹਾਡਾ ਡ੍ਰੌਪ ਕਰਨਾ ਚਾਹੀਦਾ ਸੀਗਾ, ਟੈਂਪਰੇਚਰ ਘਟਦਾ ਜਾਂਦਾ, ਜੋ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਟ੍ਰੋਪੋਸਫੇਅਰ ਦੇ ਵਿੱਚ। ਟ੍ਰੋਪੋਸਫੇਅਰ ਦੇ ਵਿੱਚ ਆਪਾਂ ਵੱਧਦੇ ਜਾ ਰਹੇ ਹਾਂ, ਹਾਈਟ ਵਧਾਉਂਦੇ ਜਾ ਰਹੇ ਹਾਂ, ਟੈਂਪਰੇਚਰ ਘਟਦਾ ਜਾ ਰਿਹਾ। ਸਿਮਿਲਰਲੀ ਮੇਸੋਸਫੇਅਰ ਦੇ ਵਿੱਚ ਵੀ ਟੈਂਪਰੇਚਰ ਘਟੇ ਰਿਹਾ ਹੈ, ਬਟ ਵਿਚਾਲੇ ਇੱਕ ਲੇਅਰ ਹੈ ਜਿਹਦਾ ਨਾਮ ਹੈ ਸਟ੍ਰੈਟੋਸਫੇਅਰ, ਉੱਥੇ ਟੈਂਪਰੇਚਰ ਘਟ ਨਹੀਂ ਰਿਹਾ, ਉੱਥੇ ਵੱਧ ਰਿਹਾ ਬਿਕੋਜ਼ ਆਫ presence of ozone. This temperature increases is primarily due to the absorption of solar ultraviolet radiation. हाँ जी, UV rays ਨੂੰ absorb ਕਰ ਰਹੇ हैं, बिल्कुल सही गल है जी, by the ozone layer which generates heat. The answer is option A. Both statement 1 and 2 are correct and statement 2 correctly explains statement 1. Next, arrange the following gases in descending order based on the approximate परसेंटेज। कंपोजिशन के बेस पे ਆਪਾਂ ਇਹਨਾਂ ਨੂੰ ਅਰੇਂਜ ਕਰਨਾ ਹੈ ਕਿ ਸਭ ਤੋਂ ਜ਼ਿਆਦਾ ਗੈਸ ਦੀ ਪਰਸੈਂਟੇਜ ਕਿਹਦੀ ਐਟਮੋਸਫੇਅਰ ਦੇ ਵਿੱਚ ਕਿਹੜੀ ਹੁੰਦੀ ਹੈ। ਬਹੁਤ ਬੇਸਿਕ ਕੁਐਸਚਨ ਹੈ। आई वांट यू टू पॉज दिस वीडियो राइट नाउ एंड तुसी दा आंसर करो। सो बहुत ही बेसिक क्वेश्चन है। वी हैव N2 largest over here, then we have oxygen, then we have again important part, we have argon, and then we have CO2. So in this case, right answer is A, B, D, C, right? Next, consider the following statements regarding the ideal atmospheric layer for flying commercial aircraft. Commercial aircraft ਨੂੰ fly ਕਰਨਾ ਤੁਸੀਂ, ਕਹਿੰਦੇ ideal layer ਕਿਹੜੀ ਹੋਣੀ ਚਾਹੀਦੀ ਹੈ। ਖੁਦ ਸੋਚੋ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਸੀਂ 에ਅਰਲਾਈਨਸ ਆਪਰੇਟ ਕਰ ਰਹੇ ਹੋ, ਉਹ ਜਦੋਂ 에ਅਰਲਾਈਨ ਤੁਸੀਂ ਕੋਈ 에ਅਰਕ੍ਰਾਫਟ ਆਪਰੇਟ ਕਰ ਰਹੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹਦੀ ਮੈਂ ਕਾਸਟ ਮਿਨੀਮਾਈਜ਼ ਕਰਨਾ, ਉਹਦੇ ਆਪਰੇਸ਼ਨਸ ਦੀ ਕਾਸਟ ਮਿਨੀਮਾਈਜ਼ ਕਰਨਾ, ਤਾਂ ਆਪਰੇਸ਼ਨਸ ਦੀ ਕਾਸਟ ਕਦੋਂ ਮਿਨੀਮਾਈਜ਼ ਹੋਗੀ? ਤੁਸੀਂ ਸੋਚੋਗੇ ਕਿ ਮੇ ਬੀ ਫਿਊਲ ਕੰਜ਼ੰਪਸ਼ਨ ਆਪਾਂ ਥੋੜੀ ਘੱਟ ਕਰ ਲਈ। ਦੀ ਆਨਸਰ ਇਜ਼ ਯੈਸ। ਕਿੱਥੇ ਘੱਟ ਹੋ ਸਕਦੀ ਹੈ? ਜਿੱਥੇ ਫ੍ਰਿਕਸ਼ਨ ਘੱਟ ਹੋਊਗੀ। ਲੋਅਰ ਲੇਅਰਸ ਤੇ ਤੁਸੀਂ ਦੇਖੋਗੇ, ਲੋਅਰ ਲੇਅਰ ਆਫ ਐਟਮੋਸਫੇਅਰ ਦੇ ਵਿੱਚ ਫ੍ਰਿਕਸ਼ਨ ਬਹੁਤ ਜ਼ਿਆਦਾ ਆਉਣ ਵਾਲੀ ਹੈ। ਕਿਉਂ? ਕਿਉਂਕਿ ਬਹੁਤ ਸਾਰੀ ਗੈਸਿਸ ਹੈ, ਬਹੁਤ ਸਾਰੇ ਡਸਟ ਪਾਰਟੀਕਲਸ ਹੈ
ਬਹੁਤ ਸਾਰੇ ਅਗੇਨ ਹੋਰ ਚੀਜ਼ਾਂ ਆਉਂਦੀਆਂ ਰਹਿੰਦੀਆਂ, ਯੂ ਇਨਕਾਊਂਟਰ ਲੈਟਸ ਸੇ ਕਲਾਊਡਸ, ਸੋ ਐਂਡ ਵਿੰਡ ਆ ਜਾਊਗੀ ਬਹੁਤ ਜ਼ਿਆਦਾ ਉਰੇ, ਰਾਈਟ। ਤਾਂ ਜਦੋਂ ਹੀ ਤੁਸੀਂ ਇਸ ਚੀਜ਼ ਤੋਂ ਉੱਪਰ ਉੱਠਦੇ ਹੋ, ਯੂ ਐਂਟਰ ਸਟ੍ਰੈਟੋਸਫੇਅਰ। ਸਟ੍ਰੈਟੋਸਫੇਅਰ ਦੇ ਵਿੱਚ ਇਹੋ ਜਿਹੀ ਕੋਈ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਸਟ੍ਰੈਟੋਸਫੇਅਰ ਇਜ਼ ਅ ਵੈਰੀ ਕਾਮ ਲੇਅਰ, ਉੱਥੇ ਤੁਹਾਨੂੰ ਇਹ ਟਰਬੂਲੈਂਟ ਫੋਰਸਿਸ ਨਹੀਂ ਦੇਖਣ ਨੂੰ ਮਿਲਦੀਆਂ ਹੈਗੀਆਂ। ਤਾਂ ਜਨਰਲੀ ਕੀ ਇੱਕ ਟੈਂਡੈਂਸੀ ਹੁੰਦੀ ਹੈ ਕਮਰਸ਼ੀਅਲ 에ਅਰਕ੍ਰਾਫਟ ਦੀ ਕਿ ਉਹ ਇੱਕ ਹਾਈਟ ਤੇ ਲੈ ਕੇ ਜਾਂਦੇ ਆ ਐਂਡ ਦੈਨ ਦੇ ਟਰਾਈ ਕਿ ਅਸੀਂ ਸਟ੍ਰੈਟੋਸਫੇਅਰ ਦੇ ਵਿੱਚ ਲੈ ਕੇ ਚਲੇ ਜਾਈਏ ਪਲੇਨ ਨੂੰ। ਸੋ the lower stratosphere is the most suitable layer for cruising flights due to its optimal conditions for fuel efficiency and safety. In this layer, the air is thinner, reducing the drag, and there is minimal turbulence with temperature increasing with altitude, which stabilizes the air and keeps the aircraft above most weather disturbances. ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਜਿਹੜੀ weather disturbance ਹੈਗੀ ਹੈ, ਜਦੋਂ ਇੱਕ ਵਾਰ it's like ਕਿ temperature inversion ਹੋ ਗਿਆ ਨਾ, you have let's say hotter air over here and colder air over here. ਹੁਣ ਸਟੇਬਲ ਕੰਡੀਸ਼ਨ ਬਣ ਚੁੱਕੀ ਹੈ। ਅਨਸਟੇਬਲ ਕੰਡੀਸ਼ਨ ਕੀ ਹੋਊਗੀ ਕਿ we have hotter air below and we have colder air above that. ਉਹਦੇ ਨਾਲ ਕੀ ਹੋਣਾ, ਹੌਟ 에ਅਰ ਦੀ ਟੈਂਡੈਂਸੀ ਹੈ ਉੱਤੇ ਜਾਣਾ, ਉੱਤੇ ਜਾਣਾ, ਉੱਤੇ ਜਾਣਾ, ਆਪਣੇ ਨਾਲ ਜੋ ਵੀ ਲੈਟਸ ਸੇ ਕਲਾਊਡਸ ਨੇ ਉਹਨਾਂ ਨੂੰ ਉੱਤੇ ਲੈ ਕੇ ਜਾਣਾ। ਪਰ ਉਰੇ ਤੁਸੀਂ ਦੇਖੋ ਕੋਲਡਰ 에ਅਰ ਇਜ਼ ਸਿਟਿੰਗ beneath the hotter layer. It's like a lid ਲੱਗ ਚੁੱਕੀ ਹੈ ਕਿ ਹੁਣ ਇਸ ਤੋਂ ਬਾਹਰ ਤੁਸੀਂ ਜਾ ਨਹੀਂ ਪਾ ਰਹੇ। ਸੋ ਇਹ ਓਵਰਆਲ ਇੱਕ ਬਹੁਤ ਹੀ ਸਟੇਬਲ ਇਕੋਸਿਸਟਮ ਪ੍ਰੋਵਾਈਡ ਕਰਦਾ ਹੈ। ਸੋ the right answer in this case is option A. Both statement 1 and 2 are correct, and statement 2 correctly explains the statement 1. Next, consider the following statements. Without the atmosphere, temperature would be below the freezing point everywhere on the Earth's surface. I want you to pause over here and think about it. ਇਹ UPSC ਇਸ ਸਾਲ ਦੇ UPSC ਦਾ ਪ੍ਰੀਲਿਮਸ ਦਾ PYQ ਮੈਂ ਡਾਇਰੈਕਟਲੀ ਚੂਜ਼ ਕਰਕੇ ਲੈ ਕੇ ਆਇਆ, ਐਂਡ ਇਸ 'ਚ ਨਾ ਗ੍ਰੇਟ ਡੀਲ ਆਫ ਕੰਟਰੋਵਰਸੀ ਹੈ। ਮੇਜਰਲੀ ਜਿਹੜੇ ਕੋਚਿੰਗ ਇੰਸਟੀਟਿਊਟ ਹੈ ਦੇ ਆਰ ਆਫ ਦਿਸ ਓਪੀਨੀਅਨ ਕਿ ਸਟੇਟਮੈਂਟ 1 ਇਜ਼ ਕਰੈਕਟ, ਬਟ ਆਈ ਸਟਰੋਂਗਲੀ ਡਿਸਐਗਰੀ ਵਿਦ दैट, ਕਿਉਂਕਿ ਮੇਰੇ ਕੋਲ ਕੁਝ ਹੋਰ ਰੀਜ਼ਨਿੰਗ ਹੈ ਉਹਦੀ, ਐਂਡ ਆਈ ਰੀਅਲੀ ਵਾਂਟ ਕਿ ਤੁਸੀਂ ਵੀ ਇਸ ਨੂੰ ਇੱਕ ਵਾਰ ਗੈਸ ਕਰੋ, ਤੁਸੀਂ ਵੀ ਇਸ ਤੇ ਰੀਜ਼ਨਿੰਗ ਹੀ ਅਪਲਾਈ ਕਰੋ ਤੇ ਤੁਸੀਂ ਵੀ ਆਨਸਰ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਐਕਸਪਲੇਨੇਸ਼ਨ ਦੇ ਨਾਲ ਲੈ ਕੇ ਆਣਾ, ਰਾਈਟ। Second point, the heat observed and trapped by the atmosphere maintains our planet's average temperature. All right. Third, atmosphere's gases like carbon dioxide are particularly good at absorbing and trapping radiation. बहुत ही बेसिक साइंस है कि ਜਦੋਂ ਆਪਾਂ ਗੱਲ ਕਰਦੇ ਹਾਂ ਗ੍ਰੀਨ ਹਾਊਸ ਗੈਸਿਸ ਦੀ, ਗ੍ਰੀਨ ਹਾਊਸ ਇਫੈਕਟ ਦੀ, ਮਤਲਬ ਕੀ ਹੁੰਦਾ ਕਿ ਕੁਝ ਗੈਸਿਸ ਹੈ, ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ CO2, ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਵਾਟਰ ਵੇਪਰ, ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਮੀਥੇਨ, ਦੇ ਆਲ ਆਰ ਗ੍ਰੀਨ ਹਾਊਸ ਗੈਸਿਸ। ਇਹ ਕੀ ਕਰ ਰਹੀਆਂ, ਇਹ ਨਾ ਸਨ ਦੀ ਰੇਡੀਏਸ਼ਨ ਨੂੰ ਅਬਜ਼ੌਰਬ ਕਰ ਲੈਂਦੀ ਹੈ। ਕਿਹੜੀ ਰੇਡੀਏਸ਼ਨ ਨੂੰ, ਜਿਹੜੀ ਇਨਕਮਿੰਗ ਹੈ ਉਹਨੂੰ ਨਹੀਂ ਕਰ ਰਹੀ ਹੈਗੀ, ਇਨਕਮਿੰਗ ਆ ਰਹੀ ਹੈ, ਇਟ ਟਚਸ ਦਿਸ ਅਰਥ ਸਰਫੇਸ ਐਂਡ ਦੈਨ ਇਹ ਥੋੜਾ ਜਿਹਾ ਅਬਜ਼ੌਰਬ ਹੋਣ ਤੋਂ ਬਾਅਦ ਲੌਂਗ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ ਬਾਹਰ ਜਾ ਰਹੀ ਹੈ। ਲੌਂਗ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ ਆਹ ਹੁਣ ਰੇਜ਼ ਬਾਹਰ ਜਾ ਰਹੀਆਂ, ਉਹਨਾਂ ਲੌਂਗ ਵੇਵ ਰੇਡੀਏਸ਼ਨ ਨੂੰ ਕੈਪਚਰ ਕਰਦੇ ਆ, ਉਹਨੂੰ ਆਪਣੇ ਕੋਲ ਰੱਖ ਲੈਂਦੇ ਆ, ਅਬਜ਼ੌਰਬ ਕਰ ਲੈਂਦੇ ਆ, ਰਾਈਟ। ਅ ਪਾਰਟ ਆਫ ਇਟ ਇਜ਼ ਅਗੇਨ ਦੈਨ ਰਿਫਲੈਕਟਡ ਬੈਕ। ਦਿਸ ਇਜ਼ ਦ ਰੀਜ਼ਨ ਕਿ ਅਰਥ ਦੇ ਉੱਤੇ ਤੁਸੀਂ ਟੈਂਪਰੇਚਰ ਦੇਖ ਪਾਉਂਦੇ ਹੋ, ਇੱਕ ਨੋਰਮਲ ਟੈਂਪਰੇਚਰ ਦੇਖ ਪਾਉਂਦੇ ਹੋ। ਐਸਾ ਕੁਝ ਨਹੀਂ ਹੁੰਦਾ ਕਿ ਦ ਮੂਮੈਂਟ ਅਰਥ ਦੇ ਉੱਤੇ ਲੈਟਸ ਸੇ ਸਨ ਫੇਸ ਕਰ ਰਿਹਾ, ਦਿਨ ਹੈ ਤਾਂ ਟੈਂਪਰੇਚਰ ਜ਼ਿਆਦਾ ਹੈ, ਦ ਮੂਮੈਂਟ that face turns the otherwise the other way around, ਜਦੋਂ ਰਾਤ ਹੋ ਚੁੱਕੀ ਹੈ ਇਮੀਡੀਏਟਲੀ ਸਾਰਾ ਟੈਂਪਰੇਚਰ ਲੂਜ਼ ਹੋ ਗਿਆ। ਐਸਾ ਕੁਝ ਨਹੀਂ ਹੁੰਦਾ, ਰਾਤਾਂ ਦੇ ਵਿੱਚ ਵੀ ਟੈਂਪਰੇਚਰ ਘਟਦਾ ਹੈ, ਬਟ ਓਵਰਆਲ ਤੁਸੀਂ ਦੇਖੋਗੇ ਇੱਕ ਸਟੇਬਲ ਟੈਂਪਰੇਚਰ ਬਣਿਆ ਰਹਿੰਦਾ, ਜਿਹਦੇ ਕਰਕੇ ਲਾਈਫ ਪੋਸੀਬਲ ਹੋ ਪਾ ਰਹੀ ਹੈ ਅਰਥ ਦੇ ਉੱਤੇ। ਇਟਸ ਬਿਕੋਜ਼ ਆਫ ਗ੍ਰੀਨ ਹਾਊਸ ਇਫੈਕਟ। ਹੁਣ ਇਸ਼ੂ ਇਹ ਹੈ ਕਿ ਜਦੋਂ CO2 ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਤਾਂ ਟੈਂਪਰੇਚਰ ਰਾਈਜ਼ ਵੀ ਵੱਧਦਾ ਜਾ ਰਿਹਾ, ਬਟ ਗ੍ਰੀਨ ਹਾਊਸ ਗੈਸ ਜਾਂ ਗ੍ਰੀਨ ਹਾਊਸ ਇਫੈਕਟ as such is not problematic. On the other hand, it is beneficial for us, beneficial for our survival. So this statement is correct and this is also correct. The controversy is related to the first statement. एक बार दोबारा पढ़ना first statement. एक ही कह रहे हैं without atmosphere temperature would be below freezing point everywhere on earth surface. कहते earth ਦੇ surface ਤੇ ਹਰ ਜਗ੍ਹਾ ਤੇ temperature would be below the freezing point. ਮਾਈਨਸ ਦੇ ਵਿੱਚ ਟੈਂਪਰੇਚਰ ਹੋਊਗਾ ਕਹਿੰਦੇ ਵਿਦਆਊਟ ਐਟਮੋਸਫੇਅਰ। ਫਿਰ ਮੇਰੇ ਦਿਮਾਗ ਵਿੱਚ ਕੁਐਸਚਨ ਆਉਂਦਾ ਹੈ ਕਿ ਕਿਆ ਮੂਨ ਦੇ ਉੱਤੇ ਐਟਮੋਸਫੇਅਰ ਹੈ?
ਦੈਨ ਆਈ ਗੋ ਐਂਡ ਸਰਚ, ਮੂਨ ਦੇ ਕੋਲ ਤਾਂ ਬਹੁਤ ਥਿਨ ਐਟਮੋਸਫੇਅਰ ਹੈ, ਪਰ ਮੂਨ ਜਦੋਂ ਫੇਸ ਕਰ ਰਿਹਾ ਟੂਵਰਡ ਸਨ ਤਾਂ ਉਹ ਜਿਹੜਾ ਫੇਸ ਹੈ ਉੱਥੇ ਟੈਂਪਰੇਚਰ ਹਾਈ ਹੁੰਦਾ ਹੈ। ਹਾਂ, ਔਨ ਦੀ ਆਪੋਜ਼ਿਟ ਸਾਈਡ ਜੋ ਫੇਸ ਮੂਨ ਦਾ ਸਨ ਨੂੰ ਫੇਸ ਨਹੀਂ ਕਰ ਰਿਹਾ ਉੱਥੇ ਟੈਂਪਰੇਚਰ ਬਹੁਤ ਲੋ ਹੁੰਦਾ। ਕਿਉਂ? ਕਿਉਂਕਿ ਐਟਮੋਸਫੇਅਰ ਨਹੀਂ ਹੈਗਾ ਤਾਂ ਹੀਟ ਨੂੰ ਰਿਟੇਨ ਨਹੀਂ ਕਰ ਪਾ ਰਿਹਾ। ਇਟਸ ਲਾਈਕ ਦਿਸ ਇਜ਼ ਮੂਨ ਐਂਡ ਦਿਸ ਇਜ਼ sun. This phase of moon will experience higher temperature. क्यों? क्योंकि it is directly facing the sun. And on the other hand, ਜਿਹੜਾ ਆਹ phase ਹੈ, this phase, it experiences very low temperature. माइनस ਚ ਆ ਚੁੱਕਾ temperature ਹੋ ਰਿਹਾ, ਤਾਂ variation ਬਹੁਤ ਜ਼ਿਆਦਾ ਹੈ। ਇਹ phase ਹੋਵੇ ਜੋ which is facing away from the sun. Other case which I can recall over here is about Mars. Mars ਦੇ ਕੇਸ ਵਿੱਚ ਕੀ ਹੈ ਜੀ, ਐਟਮੋਸਫੇਅਰ ਬਹੁਤ ਥਿਨ ਹੈ ਮਾਰਸ ਦਾ, ਇੰਨਾ ਥਿਨ ਹੈ ਕਿ ਤੁਸੀਂ ਲੈਟਸ ਸੇ ਕਦੇ ਗਏ ਵੀ ਉੱਥੇ, ਆਫ ਕੋਰਸ ਹਾਲੇ ਤਾਂ ਨਹੀਂ ਜਾ ਰਹੇ, ਬਟ ਲੈਟਸ ਟੇਕ ਅ ਹਾਈਪੋਥੈਟੀਕਲ ਐਗਜ਼ਾਮਪਲ ਕਿ ਕੋਈ ਇਨਸਾਨ ਉੱਥੇ ਜਾਵੇ ਵੀ ਤਾਂ ਬਿਲੋ ਦ ਨੀ ਲਾਈਨ ਆਈ ਵੁੱਡ ਸੇ ਕਿ ਉਹਨੂੰ ਟੈਂਪਰੇਚਰ ਫੀਲ ਹੋਊਗਾ ਕਿ ਪੂਰੇ ਟੈਂਪਰੇਚਰ ਹੈ, ਬਟ ਉਹਦੇ ਹੈਡ ਦੀ ਆਪਾਂ ਜੇ ਗੱਲ ਕਰੀਏ ਅਗੇਨ 3-4 ਫਿਟ ਦਾ ਹੀ ਫਰਕ ਪਿਆ, ਹੈਡ ਤੇ ਉਹਨੂੰ 0 ਡਿਗਰੀ ਜਾਂ ਉਸ ਤੋਂ ਘੱਟ ਟੈਂਪਰੇਚਰ ਫੀਲ ਹੋਊਗਾ। ਇੰਨਾ ਜ਼ਿਆਦਾ ਟੈਂਪਰੇਚਰ ਦਾ ਗੈਪ ਆ ਜਾਂਦਾ ਕਿਉਂਕਿ ਮਾਰਸ ਦੇ ਕੇਸ ਵਿੱਚ ਜਿਹੜਾ ਐਟਮੋਸਫੇਅਰ ਹੈ ਹੀ ਨਹੀਂ, ਬਹੁਤ ਥਿਨ ਹੈ। ਤਾਂ ਮਾਰਸ ਦੇ ਕੇਸ ਵਿੱਚ ਵੀ ਕੀ ਹੁੰਦਾ ਕਿ ਜਿਹੜੀ ਹੀਟ ਟਰੈਪ ਨਹੀਂ ਹੋ ਪਾਉਂਦੀ, ਦ ਮੂਮੈਂਟ ਇਟ ਫੇਸਿਸ ਅਵੇ ਫਰੋਮ ਦੀ ਸਨ, ਦ ਅਦਰ ਫੇਸ ਇਮੀਡੀਏਟਲੀ ਲੂਜ਼ਿਸ ਦ ਹੀਟ। ਤਾਂ ਜਿਹੜਾ ਇਹ ਪੁਆਇੰਟ ਹੈ ਤੁਹਾਡਾ ਕਿ ਹਰ ਜਗ੍ਹਾ ਤੇ ਅਰਥ ਦੇ ਐਟਮੋਸਫੇਅਰ ਜਾਂ ਹਰ ਜਗ੍ਹਾ ਹਰ ਪੁਆਇੰਟ ਤੇ ਅਰਥ ਤੇ ਜਿਹੜਾ ਟੈਂਪਰੇਚਰ ਹੋਊਗਾ ਬਿਲੋ ਫਰੀਜ਼ਿੰਗ ਪੁਆਇੰਟ ਹੋਊਗਾ, ਆਈ ਸਟਰੋਂਗਲੀ ਡਿਸਐਗਰੀ ਵਿਦ ਦੈਟ। ਜਿਹੜੀ ਇਸ ਅਰਥ ਦੀ ਫੇਜ਼ ਹੋਊਗੀ ਵਿਚ ਵਿਲ ਪੁਆਇੰਟ ਟੂਵਰਡਸ ਦੀ ਸਨ, ਉੱਥੇ ਟੈਂਪਰੇਚਰ ਹੋਣ ਵਾਲਾ ਹੈ, ਬਟ ਦੀ ਅਦਰ ਫੇਜ਼, the opposite phase will experience temperature in freezing point. So statement 1 is incorrect from my point. हालांकि हले यूपीएससी ने इसके आंसर की नहीं रिलीज की थी, बट आई बिलीव कि द आंसर 2 and 3 ही है. So this is the right answer in this case, D answer. Nevertheless, it was very interesting question. Next, the atmosphere is heated more by incoming solar radiation than by terrestrial radiation. Again, this is also a UPSC PYQ. Atmosphere ਜਿਹੜਾ ਹੈਗਾ ਕਹਿ ਰਹੇ हैं, it is heated more by incoming solar radiation than by terrestrial radiation. यानी कि जो incoming solar radiation आ रही है, ਉਹ atmosphere ਨੂੰ ਜ਼ਿਆਦਾ heat ਕਰ ਰਹੀ ਹੈ. The answer is no. ਐਟਮੋਸਫੇਅਰ ਕਿਵੇਂ ਹੀਟ ਹੋ ਰਿਹਾ, ਹੁਣੇ ਆਪਾਂ ਗੱਲ ਕਵਰ ਕੀਤੀ ਹੈ ਕਿ ਲੌਂਗ ਵੇਵ ਰੇਡੀਏਸ਼ਨ ਦੇ ਰਾਹੀਂ ਜ਼ਿਆਦਾ ਹੀਟ ਹੋ ਰਿਹਾ। ਆ ਪਾਰਟ ਆਫ ਐਟਮੋਸਫੇਅਰ ਜਿਵੇਂ ਆਪਾਂ ਗੱਲ ਕਰੀਏ ਲੈਟਸ ਸੇ ਓਜ਼ੋਨ ਦੀ ਗੱਲ ਕਰੀਏ, ਉਹ ਹੀਟ ਹੋ ਰਿਹਾ ਬਿਕੋਜ਼ ਆਫ ਇਨਕਮਿੰਗ ਸੋਲਰ ਰੇਡੀਏਸ਼ਨ, ਬਟ ਬਾਕੀ ਜਿਹੜਾ ਹੈਗਾ ਉਹ ਹੀਟ ਹੋ ਰਿਹਾ ਬਿਕੋਜ਼ ਆਫ ਲੌਂਗ ਵੇਵ ਰੇਡੀਏਸ਼ਨ, ਤੇ ਉਹ ਕਿਹੜੀ ਹੈ, ਉਹ ਟੈਰੇਸਟਰੀਅਲ ਰੇਡੀਏਸ਼ਨ ਹੈ, ਯਾਨੀ ਕਿ ਅਰਥ ਦੇ ਸਰਫੇਸ ਤੇ ਸਟ੍ਰਾਈਕ ਕਰਨ ਤੋਂ ਬਾਅਦ ਉਹ ਬਾਹਰ ਜਾ ਰਹੀ ਹੈ ਰੇਡੀਏਸ਼ਨ, ਸੋ ਇਸ ਕਰਕੇ ਉਹ ਹੀਟ ਹੋ ਰਿਹਾ। ਸਟੇਟਮੈਂਟ 2, carbon dioxide and other greenhouse gases in the atmosphere are good observers of long wave radiation. This is correct. So statement 1 ਜਿਹੜੀ ਹੈਗੀ ਹੈ, this is incorrect. Statement 1 is incorrect and 2 is correct. Next, the thickness of troposphere at equator is much greater as compared to the poles. All right, ਆਪਾਂ ਪਹਿਲਾਂ ਵੀ cover ਕੀਤਾ ਹੈ। At equator, heat is transported to greater heights by stronger convectional currents. This is also UPSC PYQ. ਇਹ ਕੀ ਕਹਿ ਰਹੇ हैं कि imagine करो कि ਇਹ ਜਿਹੜਾ ਹੈ part, this is equator part and this is let's say pole part. Troposphere ਜਿਹੜੀ ਹਾਈਟ ਹੈ ਐਟਮੋਸਫੇਅਰ ਦੀ, ਆਪਾਂ ਲੋਅਰ ਏਅਰ ਦੀ ਗੱਲ ਕਰ ਰਹੇ ਹਾਂ, ਉਰੇ ਜ਼ਿਆਦਾ ਹੈ ਤੇ ਉਰੇ ਘੱਟ ਹੈ। ਕਿਉਂ? ਕਿਉਂਕਿ ਸੈਕੰਡ ਸਟੇਟਮੈਂਟ ਵਿੱਚ ਦੀ ਰੀਜ਼ਨਿੰਗ ਦੇ ਰਹੇ ਹਾਂ ਕਿ ਉਰੇ ਜਿਹੜੀ ਕਨਵੈਕਟਿਵ ਕਰੰਟਸ ਹੈ, ਕਨਵੈਕਟਿਵ ਕਰੰਟਸ, ਕਿਉਂਕਿ ਜਿਹੜੀ ਏਅਰ ਹੈ ਇਟ ਇਜ਼ ਬੀਇੰਗ ਹੀਟਡ ਅਪ। ਤੁਸੀਂ ਖੁਦ ਸੋਚੋ ਕਿ ਗਰਮੀ ਕਿੱਥੇ ਔਨ ਐਨ ਐਵਰੇਜ ਜ਼ਿਆਦਾ ਹੁੰਦੀ ਹੈ, ਟੈਂਪਰੇਚਰ ਔਨ ਐਨ ਐਵਰੇਜ ਜ਼ਿਆਦਾ ਕਦੋਂ ਹੋਊ, ਕਿੱਥੇ ਹੋਊਗਾ, ਇਕੁਏਟਰ ਦੇ ਕੋਲ ਹੋਊਗਾ ਜਾਂ ਪੋਲਸ ਦੇ ਕੋਲ ਹੋਊਗਾ। ਦ ਆਂਸਰ ਇਜ਼ ਇਕੁਏਟਰ ਦੇ ਕੋਲ ਹੋਣ ਵਾਲਾ। ਜੇ ਇਕੁਏਟਰ ਦੇ ਕੋਲ ਟੈਂਪਰੇਚਰ ਜ਼ਿਆਦਾ ਹੋਣ ਵਾਲਾ ਹੈ ਤਾਂ ਉਰੇ ਜਿਹੜੀ ਏਅਰ ਹੋਗੀ ਉਹ ਵੀ ਹੌਟਰ ਹੀ ਹੋਣ ਵਾਲੀ ਹੈ, ਤਾਂ ਉਹਦੀ ਵੀ ਟੈਂਡੈਂਸੀ ਹੋਊਗੀ ਟੂ ਰਾਈਜ਼ ਅਪ, ਟੂ ਰਾਈਜ਼ ਅਪ, ਟੂ ਰਾਈਜ਼ ਅਪ। ਵੈਨ ਇਟ ਵਿਲ ਰਾਈਜ਼ ਅਪ, ਉਹਦੀ ਟੈਂਡੈਂਸੀ ਹੈ ਕਿ ਹਾਇਰ ਹਾਈਟ ਤੱਕ ਜਾਵੇ, ਹਾਇਰ ਹਾਈਟ ਤੱਕ ਜਾਵੇ। ਤਾਂ ਇਹ ਕੀ ਹੈ, ਇੱਕ ਕਨਵੈਕਟਿਵ ਸਾਈਕਲ ਹੀ ਹੈ ਜੀ। hotter material, hotter air is rising up and cooler one is sinking down.
hotter air is rising up and cooler one is sinking down. This is a convective cycle. This is a convective cycle. Higher height तक लेके जा रहा है किथे ट्रोपोस्फेयर ਨੂੰ ਕਿੱਥੇ ਇਕੁਏਟਰ ਤੇ ਉਰੇ ਉਹਨਾਂ ਟੈਂਪਰੇਚਰ ਹੈ ਹੀ ਨਹੀਂ ਰਾਈਟ ਸੋ ਉਰੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ thickness of troposphere at equator is much greater as compared to the poles. This is right and ਇਹਦੀ रीजनिंग भी सही है जी. So in this case we have both statement 1 and 2 are correct and statement 2 correctly explains the statement 1. Next, the mesosphere is the atmospheric layer where most meteorites burn up and vaporize entering Earth's atmosphere. थोड़ी देर पहला ही ਆਪਾਂ ਗੱਲ ਕੀਤੀ ਹੈ mesosphere ਦੇ ਵਿੱਚ right thermosphere ਤੋਂ ਥੱਲੇ ਆ ਜਾਂਦਾ ਹੈ ਤੇ ਉਰੇ ਪਹਿਲੀ ਵਾਰ ਕੁਝ significant density ਦੇ materials ਮਿਲ ਜਾਣਗੇ. significant density ਥੋੜੀ ਮਿਲ ਜਾਣੀ ਹੈ ਉਰੇ ਕਿ ਜਿਹੜੇ particles ਨੇ ਥੋੜੇ ਠੀਕ ਠਾਕ ਮਿਲ ਜਾਣਗੇ ਉਰੇ ਤਾਂ ਪਹਿਲੀ ਵਾਰ ਹੋਊਗਾ ਕਿ ਇਨਕਮਿੰਗ ਮੈਟੀਓਰਾਈਟ ਜਿਹੜਾ ਆ ਰਿਹਾ ਉਹਨੂੰ ਫ੍ਰਿਕਸ਼ਨ ਫੇਸ ਕਰਨੀ ਪੈਣੀ ਹੈ. This burning occurs due to the friction and compression heating generated when meteorites collide with denser gases in the mesosphere despite its low temperature. हालांकि mesosphere का अपना temperature बहुत घट है but it happens so कि for the first time ਜਿਹੜੇ particles ਨੇ ਉਹ ਉਤਨੀ density ਵਿੱਚ ਹੈਗੀ ਨੇ ਕਿ they can create something, they can significantly burn an incoming object in this case. So yes, answer A is the right. Yeah, option A is the right response. Last question. Auroras, also known as northern and southern lights, primarily occur in the thermosphere layer of atmosphere due to interactions between solar particles and atmospheric gases. यार अरोरा से क्वेश्चन इस बार आना बहुत इंपॉर्टेंट लग रहा है मुझे. हाई प्रोबेबिलिटी है कि अरोरा से क्वेश्चन पूछा जा सकता है. नदर्न लाइट सदर्न लाइट्स बारे गल हो रही है. दो टाइप ਦੇ ਪ੍ਰਾਇਮਰੀਲੀ ਹੁੰਨੇ ਆ ਔਰੋਰਾ ਆਸਟ੍ਰੇਲਿਸ ਐਂਡ ਔਰੋਰਾ ਬੋਰੀਅਲਿਸ. ਆਸਟ੍ਰੇਲਿਸ ਜਿਹੜੀ ਹੈਗੇ ਆ ਸਦਰਨ ਹੈਮਿਸਫੀਅਰ ਵਿੱਚ ਹੁੰਨੇ ਆ, ਬੋਰੀਅਲਿਸ ਦੀ ਗੱਲ ਕਰੀਏ ਤਾਂ ਨਦਰਨ ਹੈਮਿਸਫੀਅਰ ਦੇ ਵਿੱਚ ਹੁੰਨੇ ਆ ਰਾਈਟ. ਪ੍ਰੋਮੀਨੈਂਟਲੀ ਵਿਜ਼ੀਬਲ ਉਦੋਂ ਹੁੰਨੇ ਆ ਜਦੋਂ ਆਪਾਂ ਲੌਂਗ ਵਿੰਟਰ ਨਾਈਟ ਦੀ ਗੱਲ ਕਰਦੇ ਆ, ਲੌਂਗ ਵਿੰਟਰ ਨਾਈਟਸ ਦੀ ਗੱਲ ਕਰਦੇ ਆ, ਉਦੋਂ ਇਹ ਆਪਾਂ ਨੂੰ ਪੋਲਰ ਏਰੀਆਸ ਦੇ ਵਿੱਚ ਦਿਖਦੇ ਆ. ਕਿਉਂ ਦਿਖਦੇ ਆ? ਕਿਉਂਕਿ ਅਰਥ ਦੀ ਜਿਹੜੀ ਮੈਗਨੈਟਿਕ ਫੀਲਡ ਹੈ अर्थ की जी मैगनैटिक फील्ड है और कुछ इस तरीके ना ओरिएंटेड है. And we have solar wind coming up. Because of this shield वाला part, solar wind directly penetrate नहीं कर पाती, but उरे की हुंदा है, उरे funneling effect हो जाता है at both these places. Highly charged particles which are coming with solar wind, they are redirected and they are funneled towards these two places. Northern pole and southern pole. ਹੁਣ ਹੁੰਦਾ ਕੀ ਹੈ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਥਰਮੋਸਫੀਅਰ ਦੀ, ਅਫਕੋਰਸ ਐਟ ਦ ਗ੍ਰੇਟਰ ਹਾਈਟ, ਮੈਸੋਸਫੀਅਰ ਤੋਂ ਉੱਤੇ ਦੀ ਗੱਲ ਕਰ ਰਹੇ ਆਪਾਂ 200 ਕਿਲੋਮੀਟਰ 250 ਕਿਲੋਮੀਟਰ 300 ਕਿਲੋਮੀਟਰ ਫਰੋਮ ਦੀ ਸਰਫੇਸ ਆਫ ਦੀ ਅਰਥ. ਉਰੇ ਕੀ ਹੁੰਦਾ ਹੈ ਥਰਮੋਸਫੀਅਰ ਦੇ ਵਿੱਚ ਕੁਝ ਗੈਸ ਪਾਰਟੀਕਲਸ ਹੋਣਗੇ, ਕੁਝ ਲੈਟਸ ਸੇ ਆਕਸੀਜਨ ਦੇ ਪਾਰਟੀਕਲਸ ਹੋਣਗੇ, ਕੁਝ ਨਾਈਟ੍ਰੋਜਨ ਹੋਊਗਾ, ਕੁਝ ਹੋਰ ਗੈਸਿਸ ਹੋਣਗੀਆਂ, ਲਾਈਟਰ ਐਲੀਮੈਂਟਸ ਵੀ ਹੋ ਜਾਣਗੇ. ਉਹ ਕੀ ਕਰਨਗੇ ਫॉर द फर्स्ट टाइम ਨਹੀਂ ਆਫ ਕੋਰਸ ਬਟ ਆਹ ਜਿਹੜੇ ਗੈਸਿਸ ਹੈ ਦੇ ਗੈਟ ਐਕਸਾਈਟਡ ਇਹਨਾਂ ਗੈਸਿਸ ਦੇ ਵਿੱਚ ਇਲੈਕਟ੍ਰॉन्स ਹੋਣਗੇ. ਬਿਲਕੁਲ ਜੀ ਬਿਲਕੁਲ ਇਲੈਕਟ੍ਰॉन्स ਹੋਣਗੇ ਆਫ ਕੋਰਸ ਰਾਈਟ, ਕਿਉਂਕਿ ਐਟਮਸ ਦੇ ਵਿੱਚ ਇਲੈਕਟ੍ਰॉन्स ਹੋਣ ਵਾਲੇ. ਤਾਂ ਇਲੈਕਟ੍ਰॉन्स ਜਿਹੜੇ ਹੈਗੇ ਆ ਦੇ ਇੰਟਰੈਕਟ ਵਿਦ ਇਨਕਮਿੰਗ ਸੋਲਰ ਪਾਰਟੀਕਲਸ. ਉਹ ਉੱਥੋਂ ਜਿਹੜੇ ਆ ਰਹੇ ਆ ਹਾਈਲੀ ਚਾਰਜਡ ਹਾਈਲੀ ਆਇਨਾਈਜ਼ਡ ਕੋਈ ਵੀ ਪਾਰਟੀਕਲ ਆ ਰਿਹਾ ਉਹਨਾਂ ਨਾਲ ਕੀ ਹੋਣਗੇ ਇਲੈਕਟ੍ਰॉन्स ਦੀ ਇੰਟਰੈਕਸ਼ਨ ਹੋਣ ਵਾਲੀ ਹੈ. ਇਲੈਕਟ੍ਰॉन्स ਕੀ ਕਰਨਗੇ ਇਲੈਕਟ੍रॉन्स એનર્ਜੀ ਗੇਨ ਕਰਨਗੇ. ਫਿਰ ਜੇ ਇਲੈਕਟ੍रॉन्स ਨੇ એનર્ਜੀ ਗੇਨ ਕਰ ਲਈ ਤਾਂ ਇਹ ਐਕਸਾਈਟਡ ਸਟੇਟ ਵਿੱਚ ਚਲੇ ਜਾਂਦੇ. ਹੁਣ ਇਲੈਕਟ੍ਰॉन ਹਮੇਸ਼ਾ ਐਕਸਾਈਟਡ ਸਟੇਟ ਵਿੱਚ ਨਹੀਂ ਰਹਿ ਸਕਦਾ
ਉਹਨਾਂ ਨੂੰ ਨਾਰਮਲ ਸਟੇਟ ਦੇ ਵਿੱਚ ਆਣਾ ਹੀ ਪੈਣਾ। ਜਿਵੇਂ ਆਪਾਂ ਹਮੇਸ਼ਾ ਇੱਕ ਐਕਸਾਈਟਡ ਸਟੇਟ ਵਿੱਚ ਨਹੀਂ ਰਹਿ ਸਕਦੇ, ਚਾਹੇ ਗਮੀ ਹੈ ਚਾਹੇ ਖੁਸ਼ੀ ਹੈ, ਆਪਾਂ ਨਾਰਮਲ ਸਟੇਟ ਵਿੱਚ ਆਣਾ ਹੀ ਪੈਂਦਾ। ਤਾਂ ਉਵੇਂ ਇਲੈਕਟ੍ਰੋਨਸ ਦਾ ਵੀ ਨੇਚਰ ਹੈ, ਉਹਨਾਂ ਨੂੰ ਨਾਰਮਲ ਸਟੇਟ ਵਿੱਚ ਆਣਾ ਹੀ ਪੈਣਾ। ਦ ਮੂਮੈਂਟ ਦੇ ਟਰਾਈ ਟੂ ਕਮ ਬੈਕ ਟੂ ਨਾਰਮਲ ਸਟੇਟ, ਤਾਂ ਇਹਨਾਂ ਨੇ ਜਿਹੜੀ ਐਕਸਟਰਾ એનર્ਜੀ ਗੇਨ ਕੀਤੀ ਹੋਈ ਹੈ ਉਹਨੂੰ ਰਿਲੀਜ਼ ਕਰਨਾ ਪੈਂਦਾ ਹੈ। ਰਿਲੀਜ਼ ਨਾਰਮਲ ਸਟੇਟ। ਤਾਂ ਜਦੋਂ એનર્ਜੀ ਰਿਲੀਜ਼ ਕੀਤੀ ਨੇ ਵਾਪਸ, ਉਹ એનર્ਜੀ ਲਾਈਟ ਦੀ ਫਾਰਮ ਵਿੱਚ ਦਿਖ ਰਹੀ ਹੈ, ਮੈਨੂੰ ਲਾਈਟ ਦੀ ਫਾਰਮ ਵਿੱਚ ਦਿਖ ਰਹੀ ਹੈ। ਉਹੀ ਹੈ ਮੇਰੀ ਨਦਰਨ ਲਾਈਟਸ ਜਾਂ ਸਦਰਨ ਲਾਈਟਸ। ਡਿਪੈਂਡਿੰਗ ਅਪਨ ਕਿਹੜੇ ਗੈਸ ਦੇ ਮੋਲੀਕਿਊਲ ਨੇ ਇੰਟਰੈਕਟ ਕੀਤਾ ਸੀ, ਕਿੰਨੀ ਹਾਈਟ ਤੇ ਇੰਟਰੈਕਟ ਕੀਤਾ ਸੀ। ਹੋ ਸਕਦਾ ਕਲਰ ਗ੍ਰੀਨ ਹੋਵੇ, ਹੋ ਸਕਦਾ ਪਰਪਲ ਹੋਵੇ, ਹੋ ਸਕਦਾ ਬਲੂਇਸ਼ ਹੋਵੇ, ਰਾਈਟ। ਮੰਨ ਲਓ ਆਕਸੀਜਨ ਜੇ ਰਿਐਕਟ ਕਰ ਰਿਹਾ ਹੈ ਲੈਟਸ ਸੇ ਐਟ ਹਾਈਟ ਆਫ 200 250 300 ਕਿਲੋਮੀਟਰ, ਤਾਂ ਗ੍ਰੀਨਿਸ਼ ਸ਼ੇਡ ਦਊਗਾ। ਨਾਈਟ੍ਰੋਜਨ ਬਲੂਇਸ਼ ਪਰਪਲ ਸ਼ੇਡ ਦਊਗਾ। ਤਾਂ ਉਹ ਆਪਾਂ ਨੂੰ ਅਲੱਗ-ਅਲੱਗ ਲਾਈਟਸ ਉਵੇਂ ਦੇਖਣ ਨੂੰ ਮਿਲਦੀਆਂ। ਸੋ ਦਿਸ ਇਜ਼ ਅ ਫੰਡਾਮੈਂਟਲ ਪ੍ਰਿੰਸੀਪਲ ਬਿਹਾਈਂਡ ਔਰੋਰਾਸ ਵਾਲਾ ਪਾਰਟ। ਆਈ ਸਟਰੋਂਗਲੀ ਫੀਲ ਕਿ ਇਸ ਤੇ ਕੁਐਸਚਨ ਇਸ ਬਾਰ ਆ ਸਕਦਾ। Last statement that we have, ionosphere, which is part of the thermosphere, of course, reflects radio waves enabling long distance communication. All right. So ਇੱਕ ਹੋਰ ਇੰਪੋਰਟੈਂਟ ਕੰਮ ਹੈ ਥਰਮੋਸਫੇਅਰ ਦਾ, ਜਿਹਦੇ ਵਿੱਚ ਆਪਾਂ ਆਇਨੋਸਫੇਅਰ ਦੀ ਗੱਲ ਕਰ ਰਹੇ ਹਾਂ। ਥਰਮੋਸਫੇਅਰ ਦਾ ਹੀ ਪਾਰਟ ਆਇਨੋਸਫੇਅਰ, ਲੋਅਰ ਪਾਰਟ ਦੀ ਗੱਲ ਹੋ ਰਹੀ ਹੈ। ਉਸ ਦਾ ਰੋਲ ਇਹ ਹੈ ਕਿ ਉਹ ਅਰਥ ਦੇ ਉੱਪਰ ਰੇਡੀਓ ਕਮਿਊਨੀਕੇਸ਼ਨ ਨੂੰ ਫੈਸਿਲਿਟੇਟ ਕਰਵਾਉਂਦਾ ਹੈ। ਲੌਂਗ ਡਿਸਟੈਂਸ ਰੇਡੀਓ ਕਮਿਊਨੀਕੇਸ਼ਨ ਨੂੰ ਫੈਸਿਲਿਟੇਟ ਕਰਵਾਉਂਦਾ ਹੈ। ਇੱਕ ਵਾਰ ਦੇਖਦੇ ਹਾਂ ਕਿੱਦਾਂ। ਦੇਖੋ ਜੀ, ਆਪਾਂ ਇੱਕ ਲੈਟਸ ਸੇ ਨਾਰਥਰਨ ਹੈਮਿਸਫੀਅਰ ਦੀ ਗੱਲ ਕਰ ਲਾਂਗੇ। ਚਲੋ ਨਾਓ ਲੈਟਸ ਸੇ ਆਈ ਹੈਵ ਅ ਪੁਆਇੰਟ A ਓਵਰ ਹੇਅਰ। ਪੁਆਇੰਟ A ਤੋਂ ਮੈਂ ਪੁਆਇੰਟ B ਨਾਲ ਕਮਿਊਨੀਕੇਟ ਕਰਨਾ ਹੈ। ਈਜ਼ੀ ਹੈ। ਮੈਂ ਇੱਥੋਂ ਕੋਈ ਲੈਟਸ ਸੇ ਰੇਡੀਓ ਸਿਗਨਲ ਛੱਡੂੰਗਾ, ਰਿਲੀਜ਼ ਕਰੂੰਗਾ, ਤੇ ਉਰੇ ਇਹ ਟਰਾਂਸਮਿਟਰ ਹੈ, ਉਰੇ ਰਿਸੀਵਰ ਹੈ। ਟਰਾਂਸਮਿਟਰ ਤੋਂ ਟਰਾਂਸਮਿਟ ਹੋਊਗਾ, ਰਿਸੀਵਰ ਤੋਂ ਰਿਸੀਵ ਹੋ ਜਾਊਗਾ, ਤੇ ਉਰੇ ਮੈਸੇਜ ਪਹੁੰਚ ਜਾਊਗਾ। ਮੰਨ ਲਓ ਇਹ ਪੁਆਇੰਟ B ਉਰੇ ਨਾ ਹੋ ਕੇ ਪੁਆਇੰਟ B ਉਰੇ ਹੈ, ਜਾਂ B ਡੈਸ਼ ਉਰੇ ਹੈ। ਹੁਣ ਜੇ ਮੈਂ ਕਮਿਊਨੀਕੇਟ ਕਰਨਾ ਤਾਂ ਵਾਟ ਵਿਲ ਆਈ ਹੈਵ ਟੂ ਡੂ? ਜਾਂ ਤਾਂ ਮੈਂ ਕੋਈ ਇੰਨੀ ਲੰਬੀ ਵਾਇਰ ਲੈ ਕੇ ਆਉਂਗਾ, ਜਾਂ ਫਿਰ ਮੈਂ ਲੈਟਸ ਸੇ ਉਰੇ ਬਹੁਤ ਸਾਰੇ ਐਂਟੀਨਾਸ ਲਗਾਉਂਗਾ, ਕਿਉਂਕਿ ਆਹ ਜਿਹੜਾ ਹੈਗਾ ਐਂਟੀਨਾ ਉਰੇ ਨਹੀਂ ਪਹੁੰਚਾ ਸਕਦਾ, ਕਿਉਂਕਿ ਇਹ ਡਾਇਰੈਕਟਲੀ ਲਾਈਨ ਆਫ ਸਾਈਟ ਕਮਿਊਨੀਕੇਸ਼ਨ ਦਾ ਪਾਰਟ ਨਹੀਂ ਬਣ ਪਾ ਰਿਹਾ, ਰਾਈਟ। ਸੋ ਇਹ ਇਸ ਐਂਟੀਨਾ ਤੱਕ ਰਿਲੇ ਕਰੂਗਾ, ਇਹ ਇਸ ਤੱਕ ਕਰੂਗਾ, ਇਸ ਤੱਕ ਕਰੂਗਾ, ਫਾਈਨਲੀ ਇਸ ਤੱਕ ਪਹੁੰਚੂਗਾ। ਕਾਸਟ ਬਹੁਤ ਜ਼ਿਆਦਾ ਹਾਈ। ਤਾਂ ਫਿਜ਼ਿਸਿਸਟ ਨੇ ਐਕਸਪੈਰੀਮੈਂਟ ਕਰਕੇ ਦੇਖਿਆ, they released radio waves into the atmosphere, and surprisingly ਜਿਹੜਾ ionosphere ਸੀਗਾ, ਕਿਉਂਕਿ it has highly charged ions, ਉਹਨੇ ਕੀ ਕੀਤਾ, ਰੇਡੀਓ ਵੇਵਸ ਨੂੰ ਰਿਫਲੈਕਟ ਕਰਤਾ। ਯਾਨੀ ਕਿ ਜੋ ਮੈਨੂੰ ਇੰਨੇ ਸਾਰੇ ਟਾਰ ਸੂਰੇ ਲਗਾਉਣ ਦੀ ਲੋੜ ਪੈ ਰਹੀ ਸੀ ਫॉर ਕਮਿਊਨੀਕੇਸ਼ਨ ਪਰਪਸ, ਨਾਓ ਆਈ ਕੈਨ ਸੈਂਡ my signal, radio signal, at a particular angle, and then that can be reflected back. This तो बहुत कम इजी हो चुका है, कॉस्ट इफेक्टिव भी हो चुका है, एंड आयनोस्फीयर इसमें फैसिलिटेट करवाता है। द आंसर इज यस। So which of the following statements given are correct? The answer is both 1 and 2. So that's it from my side. Thank you very much. I believe today's session was helpful for you. Keep studying hard. We'll meet tomorrow. Thank you.